ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਿਆਰਿਓ, ਸੱਚ ਤੇ ਝੂਠ ਦਾ ਵਿਵਾਦ ਧਾਰਮਿਕ ਨਾਵਲ। ਅੱਜ ਦਿਨ ਵੀਰਵਾਰ 13 ਜਨਵਰੀ 2022 ਈਸਵੀ, 15ਵੀਂ ਅਤੇ ਆਖਰੀ ਕਿਸ਼ਤ। ਆਪਣੇ ਅਹਿਲਕਾਰਾਂ ਨੂੰ ਰੰਗੇ ਨੇ ਕਿਹਾ, ਸਿਆਦ ਬੇਗ ਨੂੰ ਉਸ ਨੇ ਹਿੰਦੂ ਬਣਾ ਲਿਆ। ਰਮਜ਼ਾਨ ਖਾਨ ਤੋਂ ਸਭ ਕੁਝ ਖੋਹ ਕੇ ਜਿੰਦਾ ਛੱਡਿਆ, ਸਮਝੋ ਮੈਨੂੰ ਲਾਹਨਤ ਪਾਈ ਹੈ। ਉਸ ਦੇ ਆਨੰਦਪੁਰ ਨੂੰ ਉਜਾੜ ਦਿਓ, ਉਸ ਨੂੰ ਫੜ ਕੇ ਮੇਰੇ ਪੇਸ਼ ਕੀਤਾ ਜਾਵੇ। ਇੰਜ ਬੋਲਦੇ ਬੋਲਦੇ ਨੂੰ ਅੰਦਰੋਂ ਜ਼ਮੀਰ ਨੇ ਝੰਜੋੜਿਆ ਤਾਂ ਬੋਲਣੋਂ ਚੁੱਪ ਹੋ ਕੇ ਜ਼ਮੀਰ ਦੀ ਆਵਾਜ਼ ਸੁਣਨ ਲੱਗਾ। ਜ਼ਮੀਰ ਨੇ ਅੰਦਰੋਂ ਬੋਲਦਿਆਂ ਇੰਜ ਕਿਹਾ, ਸੰਡਾ ਮਰਕਾ ਅਤੇ ਹਰਨਾਕਸ਼ ਪ੍ਰਹਲਾਦ ਨੂੰ ਮਾਰਨ ਵਾਲੇ ਖੁਦ ਮਰ ਗਏ ਸੀ। ਪ੍ਰਹਲਾਦ ਨੂੰ ਸਾੜਨ ਵਾਲੀ ਹੋਲਕਾ ਖੁਦ ਸੜ ਗਈ ਸੀ। ਕੁਵਲੀਆ ਪੀੜ ਹਾਥੀ ਕ੍ਰਿਸ਼ਨ ਬਲਰਾਮ ਨੂੰ ਮਾਰਨ ਵਾਲਾ ਇਹਨਾਂ ਹੱਥੋਂ ਖੁਦ ਮਰ ਗਿਆ ਸੀ। ਚੰਡੂਰ ਤੇ ਮੁਸ਼ਟਕ ਦੋਵੇਂ ਪਹਿਲਵਾਨ ਕ੍ਰਿਸ਼ਨ ਬਲਰਾਮ ਹੱਥੋਂ ਮਰ ਗਏ ਸੀ। ਉਸ ਸਮੇਂ ਤੇਰਾ ਕੰਸ ਦਾ ਰਾਜਤੰਤਰ ਫੇਲ ਹੋ ਗਿਆ ਸੀ ਤੇ ਤੂੰ ਕੰਸ ਸੰਸਾਰ ਤੋਂ ਕੂਚ ਕਰ ਗਿਆ ਸੀ। ਹੁਣ ਵੀ ਇਹੋ ਹਾਲ ਹੋਵੇਗਾ ਤੇਰਾ। ਖਬਰਦਾਰ ਜੇ ਅਜਿਹਾ ਫਿਰ ਕਿਹਾ ਤਾਂ। ਸੁਣਦਾ ਸੁਣਦਾ ਜ਼ਮੀਰ ਦੀ ਖਬਰਦਾਰ ਆਵਾਜ਼ ਨੂੰ ਬਾਹਰ ਕੱਢਦਾ ਹੋਇਆ ਕਹਿੰਦਾ, ਖਬਰਦਾਰ ਰਹੋ। ਆਨੰਦਪੁਰ ਨੂੰ ਘੇਰਾ ਪਾ ਕੇ ਖਬਰਦਾਰ ਰਹਿਣਾ। ਰੰਗੇ ਦੇ ਇਹਨਾਂ ਹੁਕਮਾਂ ਅਨੁਸਾਰ ਰਾਜਿਆਂ ਤੇ ਸ਼ਾਹੀ ਫੌਜ ਨੇ ਘੇਰਾ ਪਾ ਲਿਆ। 3-4 ਮਹੀਨੇ ਬੀਤ ਗਏ। ਇੰਨੇ ਚਿਰ ਤਾਈਂ ਦੱਖਣ ਵਿੱਚ ਬਗਾਵਤ ਹੋ ਗਈ। ਰੰਗੇ ਦਾ ਹੁਕਮ ਆਇਆ, ਮੋਰਚਾ ਖਤਮ ਕਰੋ ਆਨੰਦਪੁਰ ਦਾ। ਦੱਖਣ 'ਚ ਫੌਜ ਦੀ ਲੋੜ ਹੈ। ਰੰਗੇ ਦਾ ਹੁਕਮ ਸੁਣ ਕੇ ਹਿੰਦੂ ਰਾਜਿਆਂ ਅਤੇ ਮੁਸਲਮਾਨ ਜਰਨੈਲਾਂ ਗੁਰੂ ਜੀ ਨੂੰ ਧੋਖਾ ਦੇਣਾ ਸੋਚ ਕੇ ਇੰਜ ਕੀਤਾ। ਹਿੰਦੂ ਰਾਜਿਆਂ ਵੱਲੋਂ ਗੀਤਾ ਦੀ, ਮੁਸਲਮਾਨਾਂ ਵੱਲੋਂ ਕੁਰਾਨ ਦੀ ਕਸਮ ਖਾ ਕੇ ਦਸਤਖਤ ਕਰਕੇ ਗੁਰੂ ਜੀ ਕੋਲ ਚਿੱਠੀ ਭੇਜੀ। ਚਿੱਠੀ 'ਚ ਲਿਖਿਆ, ਤੁਸੀਂ ਆਨੰਦਪੁਰ ਛੱਡ ਕੇ ਜਿੱਥੇ ਜੀ ਚਾਹੇ ਚਲੇ ਜਾਓ। ਅਸੀਂ ਰੰਗੇ ਵੱਲੋਂ ਕਸਮ ਕੁਰਾਨ ਦੀ ਅਤੇ ਹਿੰਦੂਆਂ ਵੱਲੋਂ ਕਸਮ ਗੀਤਾ ਦੀ ਖਾਂਦੇ ਹਾਂ ਕਿ ਤੁਸਾਂ 'ਤੇ ਹਮਲਾ ਨਹੀਂ ਕਰਾਂਗੇ। ਖੁਦਾ ਅਤੇ ਰਾਮ ਦਾ ਵਾਸਤਾ ਹੀ ਯਕੀਨ ਕਰੋ ਤੇ ਚਲੇ ਜਾਓ। ਖੁਦਾ ਤੇ ਰਾਮ ਦਾ ਵਾਸਤਾ ਹੀ ਅਸਾਂ 'ਤੇ ਯਕੀਨ ਕਰੋ ਤੇ ਆਨੰਦਪੁਰ ਛੱਡ ਕੇ ਚਲੇ ਜਾਓ। ਸਤਿਗੁਰੂ ਜੀ ਨੂੰ ਭਲਾ ਕੌਣ ਧੋਖਾ ਦੇ ਸਕਦਾ ਸੀ, ਪਰ ਕੁਝ ਹਾਲਾਤ ਹੀ ਅਜਿਹੇ ਹੋ ਗਏ ਸੀ ਕਿ ਗੁਰੂ ਜੀ ਨੂੰ ਸਦਾ ਵਾਸਤੇ ਆਨੰਦਪੁਰ ਛੱਡਣਾ ਪਿਆ। ਅਜੇ ਥੋੜ੍ਹੀ ਹੀ ਦੂਰ ਗਏ ਸਨ ਕਿ ਦੁਸ਼ਮਣਾਂ ਨੇ ਕਸਮਾਂ ਭੁਲਾ ਕੇ ਹਮਲਾ ਕਰ ਦਿੱਤਾ। ਕਵਿਤਾ। ਇਸ ਜੱਗ ਦੀ ਜਦੋਂ ਤੋਂ ਹੋਈ ਰਚਨਾ, ਨਾਲ ਸੰਤਾਂ ਦੇ ਕਰਦੇ ਨੇ ਵੈਰ ਡਾਢੇ। ਡਾਢਾ ਰੱਬ ਹੈ, ਡਾਢਿਆਂ ਡੰਡ ਦਿੰਦਾ, ਫਿਰ ਵੀ ਕਰਦੇ ਨਾ ਸੰਤਾਂ ਨਾਲ ਖੈਰ ਡਾਢੇ। ਘੇਰਾ ਘੱਤਿਆ ਆਣ ਆਨੰਦਪੁਰ ਦਾ, ਕੁਝ ਆਪਣੇ ਕੁਝ ਨੇ ਗੈਰ ਡਾਢੇ। ਕਸਮਾਂ ਖਾ ਕੇ ਗੀਤਾ ਗਊ ਕੁਰਾਨ ਦੀਆਂ, ਸ਼ੌਂਕੀ ਦੇਖੋ ਕੀ ਕਰਦੇ ਨੇ ਕਹਿਰ ਡਾਢੇ। ਕਸਮਾਂ ਖਾ ਕੇ ਗੀਤਾ ਗਊ ਕੁਰਾਨ ਦੀਆਂ, ਸ਼ੌਂਕੀ ਦੇਖੋ ਕੀ ਕਰਦੇ ਨੇ ਕਹਿਰ ਡਾਢੇ। ਯੁੱਧ ਸਰਸਾ ਕੰਢੇ ਦਾ। ਸਤਿਗੁਰੂ ਜੀ ਪਰਿਵਾਰ ਸਮੇਤ ਆਨੰਦਪੁਰ ਛੱਡ ਕੇ ਤੁਰ ਪਏ। ਝੂਠ ਅਤੇ ਕੂੜ ਨੇ ਆਪਣੇ ਅਮਲੇ ਸਮੇਤ ਕਸਮਾਂ ਭੁਲਾ ਕੇ ਸੱਚ ਵਿੱਚ ਆਣ ਟੱਕਰ ਮਾਰੀ। ਸਰਸਾ ਨਦੀ ਕੰਢੇ ਘਮਸਾਣ ਦਾ ਯੁੱਧ ਝੂਠ ਨੇ ਸੱਚ ਨੂੰ ਖਤਮ ਕਰਨ ਲਈ ਤੇ ਸੱਚ ਨੇ ਆਪਣੀ ਰੱਖਿਆ ਲਈ ਕੀਤਾ। ਸਬਰ ਅਤੇ ਜ਼ਬਰ ਦਾ ਮੁਕਾਬਲਾ ਦੇਖਦਾ ਦੇਖਦਾ ਸੂਰਜ ਅੱਕ ਥੱਕ ਕੇ ਪੱਛਮ ਵਿੱਚ ਜਾ ਲੁਕਿਆ। ਰਾਤ ਪਈ, ਯੁੱਧ ਰੁਕਿਆ। ਹੁਕਮ ਹੋਇਆ ਨਦੀ ਪਾਰ ਕਰ ਜਾਓ।
ਨਦੀ ਪਾਰ ਕਰਦਿਆਂ ਇੱਧਰ ਲੋਕਾਈ ਤਾਂ ਸਤਿਗੁਰੂ ਜੀ ਦੀ ਦੁਸ਼ਮਣ ਸੀ ਹੀ, ਪਰ ਇੰਦਰ ਵੀ ਘੱਟ ਨਹੀਂ ਸੀ। ਉਹ ਪੂਰੇ ਜਲਾਲ ਵਿੱਚ ਆਪਣੀ ਹਉਮੈ ਦਿਖਾਲ ਰਿਹਾ ਸੀ। ਸਵਈਆ ਜਦੋਂ ਕ੍ਰਿਸ਼ਨ ਗਵਰਤਨ ਕਰਾਈ ਪੂਜਾ ਆਇਆ ਇੰਦਰ ਸੀ ਉਦੋਂ ਤੂਫਾਨ ਬਣ ਕੇ ਕਹਿੰਦਾ ਛੱਡਣਾ ਗੋਕਲ ਨਹੀਂ ਜਿੰਦਾ। ਆਇਆ ਗੁੱਸੇ 'ਚ ਪੂਰਾ ਬਲਵਾਨ ਬਣ ਕੇ, ਘਟਾਂ ਕਾਲੀਆਂ ਪੀਲੀਆਂ ਚੰਬੀਆਂ ਲੈ ਪਰਲੋਂ ਕਾਲ ਦਾ ਆਇਆ ਨਿਸ਼ਾਨ ਬਣ ਕੇ। ਹਫਤਾ ਪੂਰਾ ਸੀ, ਪੂਰਾ ਹੀ ਜ਼ੋਰ ਲਾਇਆ, ਸ਼ੌਂਕੀ ਗਿਆ ਸੀ ਅੰਤ ਨਦਾਨ ਬਣ ਕੇ। ਸਤਿਗੁਰੂ ਜਾਂ ਪੂਰੀ ਆਨੰਦ ਛੱਡੀ। ਇੰਦਰ ਉਦੋਂ ਵੀ ਆਇਆ ਚੜ੍ਹਾਈ ਕਰਕੇ, ਵੈਰੀ ਫੌਜ ਦੇ ਨਾਲ ਉਹ ਰਲ ਕੇ ਤੇ ਆਇਆ ਜੋਸ਼ 'ਚ ਜ਼ੋਰ ਨਾਲ ਧਾਈ ਕਰਕੇ। ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ, ਸਰਸਾ ਦਿੱਤੇ ਵਿਛੋੜ ਜਦਾਈ ਕਰਕੇ। ਬਲਵੀਰ ਸਿੰਘ ਨਾ ਹੌਸਲਾ ਹਾਰਦੇ ਉਹ, ਆਏ ਧੁਰੋਂ ਜੋ ਬੇਪਰਵਾਹੀ ਕਰਕੇ। ਬਲਵੀਰ ਸਿੰਘ ਨਾ ਹੌਸਲਾ ਹਾਰਦੇ ਉਹ, ਆਏ ਧੁਰੋਂ ਜੋ ਬੇਪਰਵਾਹੀ ਕਰਕੇ। ਪਾਰ ਤਾਂ ਹੋ ਗਏ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ, ਬੱਦਲਾਂ ਦੀ ਗੜਗੜਾਹਟ ਕਾਰਨ, ਕਾਲੀ ਬੋਰੀ ਹਨੇਰੀ ਰਾਤ ਕਾਰਨ, ਕਾਲੀ ਬੋਲੀ ਹਨੇਰੀ ਰਾਤ ਕਾਰਨ ਸਾਰਾ ਪਰਿਵਾਰ ਖੀਰੋਂ ਖੀਰੋਂ ਹੋ ਗਿਆ। ਗੁਰੂ ਕੇ ਮਹਿਲ ਮਣੀ ਸਿੰਘ ਨਾਲ ਦਿੱਲੀ ਵੱਲ ਚਾਲੇ ਪਾ ਗਏ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਨਾਲ ਖੇੜੀ ਪਿੰਡ ਵੱਲ ਚੱਲ ਪਏ। ਵੱਡੇ ਸਾਹਿਬਜ਼ਾਦੇ ਅਤੇ ਕੁਝ ਕੁ ਸਿੰਘਾਂ ਸਮੇਤ ਗੁਰੂ ਜੀ ਚਮਕੌਰ ਦੀ ਕਿਲ੍ਹਾਨੁਮਾ ਹਵੇਲੀ ਵਿੱਚ ਪ੍ਰਵੇਸ਼ ਕਰ ਗਏ। ਯੁੱਧ ਚਮਕੌਰ ਦਾ। ਰਾਤੋਂ ਰਾਤ ਦੁਸ਼ਮਣ ਨੇ ਇਸ ਨਗਰ ਚਮਕੌਰ ਨੂੰ ਆਣ ਘੇਰਿਆ। ਸਵੇਰੇ ਯੁੱਧ ਸ਼ੁਰੂ ਹੋ ਕੇ ਸਾਰਾ ਦਿਨ ਚੱਲਿਆ। ਇਸ ਯੁੱਧ ਵਿੱਚ ਕੁਝ ਸਿੰਘਾਂ ਸਮੇਤ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਰਾਤ ਪਈ, ਯੁੱਧ ਰੁਕਿਆ। ਦੂਜੇ ਦਿਨ ਦੇ ਯੁੱਧ ਦੀਆਂ ਵਿਚਾਰਾਂ ਹੋਣ ਲੱਗੀਆਂ ਤਾਂ ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਤਿੰਨਾਂ ਸਿੰਘਾਂ ਸਮੇਤ ਸਤਿਗੁਰੂ ਜੀ ਅੱਗੇ ਨੂੰ ਚਾਲੇ ਪਾ ਗਏ। ਹਨੇਰੇ ਕਾਰਨ ਤਿੰਨੇ ਸਿੰਘ ਵਿਛੜ ਗਏ। ਅੱਗੇ ਚੱਲਦੇ ਚੱਲਦੇ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚੇ ਤਾਂ ਵਿਛੜੇ ਸਿੰਘ ਵੀ ਆਉਣ ਮਿਲੇ। ਇੱਥੋਂ ਗੁਰੂ ਜੀ ਉੱਚ ਦਾ ਪੀਰ ਬਣ ਕੇ ਰਾਏ ਕੱਲਾ ਕੋਲ ਜਾ ਪਹੁੰਚੇ। ਰਾਏ ਕੱਲਾ ਦੇ ਮਾਹੀ ਨਾਮ ਦੇ ਬੰਦੇ ਨੇ ਸਰਹੰਦ ਜਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਜੀ ਦੇ ਸੱਚਖੰਡ ਪਹੁੰਚਣ ਦੀ ਖਬਰ ਲਿਆ ਕੇ ਦਿੱਤੀ। ਖਬਰ ਸੁਣ ਕੇ ਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਅਕਾਲ ਪੁਰਖ ਜੀ, ਤੁਸਾਂ ਨੇ ਆਪਣੀ ਦਿੱਤੀ ਅਮਾਨਤ ਸਹੀ ਸਲਾਮਤ ਵਾਪਸ ਲੈ ਲਈ। ਸ਼ੁਕਰ ਹੈ, ਆਪ ਜੀ ਦਾ ਧੰਨਵਾਦ ਹੈ, ਸ਼ੁਕਰ ਹੈ। ਅੱਗੇ ਚੱਲ ਕੇ ਗੁਰੂ ਜੀ ਦੀਨੇ ਪਿੰਡ ਪਹੁੰਚੇ। ਇੱਥੇ ਜ਼ਫ਼ਰਨਾਮਾ ਨਾਮ ਦੀ ਚਿੱਠੀ ਲਿਖ ਕੇ ਭਾਈ ਦਇਆ ਸਿੰਘ ਜੀ ਨੂੰ ਦੇ ਕੇ ਰੰਗੇ ਵੱਲ ਭੇਜਿਆ। ਇੱਥੋਂ ਖਬਰ ਮਿਲੀ ਕਿ ਸ਼ਾਹੀ ਫੌਜ ਪਿੱਛਾ ਕਰਦੀ ਆ ਰਹੀ ਹੈ ਤਾਂ ਗੁਰੂ ਜੀ ਖਦਰਾਣੇ ਦੀ ਢਾਬ 'ਤੇ ਪਹੁੰਚ ਕੇ ਵੈਰੀ ਨੂੰ ਉਡੀਕਣ ਲੱਗੇ। ਸ੍ਰੀ ਅਨੰਦਪੁਰ ਦੇ ਘੇਰੇ ਸਮੇਂ ਤੰਗੀ ਕਾਰਨ ਕੁਝ ਸਾਥੀ ਸਾਥ ਛੱਡ ਗਏ ਸੀ। ਵਿਛੜੇ ਸਾਥੀ ਵਾਪਸ ਆ ਗਏ ਅਤੇ ਦੁਸ਼ਮਣ ਵੀ ਆ ਗਿਆ। ਵਿਛੜੇ ਸਾਥੀਆਂ ਅਤੇ ਦੁਸ਼ਮਣ ਦੋਵਾਂ ਦਲਾਂ ਦਾ ਮੁਕਾਬਲਾ ਹੋਇਆ। ਸੈਂਕੜੇ ਜਵਾਨ ਮਰਵਾ ਕੇ ਦੁਸ਼ਮਣ ਫੌਜ ਪਿੱਛੇ ਨੱਠ ਗਏ। ਇੱਥੇ ਖਾਲਸੇ ਦੀ ਸਤਿਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਵਰਦਾਨ ਦਿੱਤੇ। ਟੁੱਟੀ ਗੰਢੀ ਅਤੇ ਮੁਕਤਸਰ ਤੀਰਥ ਦਾ ਵਰਦਾਨ ਇਸ ਅਸਥਾਨ ਨੂੰ ਦਿੱਤਾ। ਸਤਿਗੁਰੂ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚ ਗਏ। ਇੱਥੇ ਸਰਸਾ ਤੋਂ ਵਿਛੜੇ ਗੁਰੂ ਜੀ ਦੇ ਮਹਿਲ ਅਤੇ ਮਣੀ ਸਿੰਘ ਜੀ ਆਦਿ ਆਣ ਮਿਲੇ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ। ਭਾਈ ਮਣੀ ਸਿੰਘ ਜੀ ਲਿਖਣ ਲੱਗੇ। ਭਾਈ ਦੀਪ ਸਿੰਘ ਜੀ ਕਾਗਦ ਕਲਮ ਆਦਿ
ਫੜਾਉਣ ਦੀ ਸਹਾਇਤਾ ਕਰਨ ਲੱਗੇ। ਸਤਿਗੁਰੂ ਜੀ ਨੇ ਇੱਕ ਓਅੰਕਾਰ ਤੋਂ 18-10-20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ। ਇਸ ਉਪਰੰਤ ਸਤਿਗੁਰੂ ਜੀ ਨੇ ਦੱਖਣ ਵੱਲ ਜਾਣਾ। ਦਇਆ ਸਿੰਘ ਦੀਨੇ ਪਿੰਡ ਤੋਂ ਫਾਰਸੀ ਬੈਂਤਾਂ ਵਿੱਚ ਲਿਖਿਆ ਜ਼ਫ਼ਰਨਾਮਾ ਲੈ ਕੇ ਦੱਖਣ ਵਿੱਚ ਰੰਗੇ ਕੋਲ ਪਹੁੰਚਿਆ। ਗੁਰੂ ਜੀ ਵੱਲੋਂ ਰੰਗੇ ਵੱਲ ਲਿਖਿਆ ਜ਼ਫ਼ਰਨਾਮਾ ਰੰਗੇ ਨੇ ਲਿਆ ਤੇ ਪੜ੍ਹਨ ਲੱਗਾ। ਜ਼ਫ਼ਰਨਾਮੇ ਦੇ ਬੋਲ ਇੰਜ ਸੀ: ਹੇ ਔਰੰਗਜ਼ੇਬ, ਖੁਦਾ ਮੁਹੰਮਦ ਵਿੱਚ ਤੇਰਾ ਇਹੋ ਵਿਸ਼ਵਾਸ ਹੈ ਕਿ ਕੁਰਾਨ ਦੀ ਕਸਮ ਖਾ ਕੇ ਮੁੱਕਰ ਜਾਣਾ? ਜੇ ਕਹੇਂ ਕਿ ਤੈਂ ਕਿਉਂ ਲੜਾਈ ਕਰੀ ਤਾਂ ਉੱਤਰ ਵਿੱਚ ਮੈਂ ਕਹਾਂਗਾ ਕਿ ਤੇਰੀਆਂ ਲੱਖਾਂ ਫੌਜਾਂ ਨੇ ਆਣ ਕੇ ਬਿਨਾਂ ਵਜ੍ਹਾ ਮੇਰਾ ਘਰ ਆਨੰਦਪੁਰ ਘੇਰ ਲਿਆ। ਰੱਖਿਆ ਹਿੱਤ ਮੈਂ ਵੀ ਤਲਵਾਰ ਚੁੱਕੀ। ਜੋ ਵਿਪਤਾ ਸਮੇਂ ਤਲਵਾਰ ਚੁੱਕਣਾ ਧਰਮ ਹੈ, ਹੱਕ ਹੈ। ਚਮਕੌਰ ਵਿੱਚ ਮੇਰੇ ਭੁੱਖੇ 40 ਮਰੀਦਾਂ ਸਿੱਖਾਂ ਤੇ ਸਿੰਘਾਂ ਤੇ ਤੇਰੀ 10 ਲੱਖ ਫੌਜ ਆਣ ਪਈ। ਕੀ ਇਹੋ ਤੇਰੀ ਬਹਾਦਰੀ ਹੈ? ਤੇਰੇ ਕਾਜ਼ੀਆਂ ਦਾ ਦਿੱਤਾ ਫਤਵਾ, ਮਾਸੂਮਾਂ ਦਾ ਕਤਲ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਕੀ ਤੇਰੇ ਇਸਲਾਮ ਧਰਮ 'ਤੇ ਅਜਿਹਾ ਕਰਨਾ ਲਾਨਤ ਨਹੀਂ? ਹਰੇਕ ਧਰਮ ਮਾਸੂਮਾਂ ਦੀ ਰੱਖਿਆ ਦੀ ਤਾਲੀਮ ਦਿੰਦਾ ਹੈ। ਇਸ ਉਪਰੰਤ ਕੀ ਹੋਇਆ ਜੇ ਮੇਰੇ 4 ਪੁੱਤਰ ਸ਼ਹੀਦ ਹੋ ਗਏ? ਮੇਰਾ ਕੁੰਡਲੀਆ ਨਾਗ ਖਾਲਸਾ ਤਾਂ ਜਿੰਦਾ ਹੈ। ਤੇਰੀ ਪਾਈ ਭਾਜੀ ਇਹੋ ਮੋੜੇਗਾ। ਤੇਰੇ ਜ਼ੁਲਮਾਂ ਦਾ ਖੁਦਾ ਦੇ ਘਰ ਫੈਸਲਾ ਹੋਣਾ ਅਜੇ ਬਾਕੀ ਹੈ। ਹੇ ਜ਼ਾਲਮ, ਸਿਰ 'ਤੇ ਪਾਪਾਂ ਦੀ ਪੰਡ ਲੈ ਕੇ ਨਾ ਤੁਰ। ਹੁਣ ਵੀ ਈਮਾਨ ਰੱਖ ਤੇ ਕਲਮਾ ਪੜ੍ਹ ਜੇ ਖੁਦਾ ਤੋਂ ਖੈਰ ਚਾਹੁੰਦਾ ਹੈ। ਇਹਨਾਂ ਬੋਲਾਂ ਨੂੰ ਪੜ੍ਹ ਕੇ ਰੰਗਾ ਆਪਣੇ ਕੀਤੇ ਕਰਮਾਂ 'ਤੇ ਅਫਸੋਸ ਪਛਤਾਵਾ ਕਰਨ ਲੱਗਾ ਅਤੇ ਭੁੱਲ ਬਖਸ਼ਾਉਣ ਲਈ ਗੁਰੂ ਜੀ ਨੂੰ ਆਪਣੇ ਕੋਲ ਸੱਦ ਭੇਜਿਆ। ਦਇਆ ਸਿੰਘ ਗੁਰੂ ਜੀ ਕੋਲ ਤਲਵੰਡੀ ਸਾਬੋ ਪਹੁੰਚਿਆ ਤਾਂ ਰੰਗੇ ਦਾ ਸੁਨੇਹਾ ਦਿੱਤਾ। ਸੁਨੇਹਾ ਸੁਣ ਕੇ ਗੁਰੂ ਜੀ ਰੰਗੇ ਕੋਲ ਜਾਣ ਲਈ ਦੱਖਣ ਵੱਲ ਚਾਲੇ ਪਾ ਦਿੱਤੇ। ਚਲਦੇ ਚਲਦੇ ਅਜੇ ਗੁਰੂ ਜੀ ਭਗੌਰ ਸ਼ਹਿਰ ਹੀ ਪਹੁੰਚੇ ਸਨ ਕਿ ਰੰਗਾ ਜ਼ਫ਼ਰਨਾਮੇ ਦੀਆਂ ਸਤਰਾਂ ਵਿਚਾਰਦਾ ਰੰਗਾ ਰੂਪੀ ਕੰਸ ਮਾਰਚ 1707 ਈਸਵੀ ਨੂੰ ਮਰ ਗਿਆ। ਜਮਾਂ ਦਾ ਦੂਤ ਅਜ਼ਰਾਈਲ ਫਰਿਸ਼ਤਾ ਸੰਗਲਾਂ ਨਾਲ ਬੰਨ੍ਹ ਕੇ ਧੂ ਕੇ ਲੈ ਗਿਆ ਤੇ ਨਿਆਂ ਵਾਸਤੇ ਧਰਮਰਾਜੇ ਕੋਲ ਪੇਸ਼ ਕੀਤਾ। ਧਰਮਰਾਜ ਨੇ ਅਗਲੇਰੀ ਕਾਰਵਾਈ ਲਈ ਚਿੱਤਰਗੁਪਤ ਨੂੰ ਸੱਦ ਭੇਜਿਆ। ਇੱਧਰ ਰੰਗੇ ਦੇ ਵੱਡੇ ਪੁੱਤਰ ਸ਼ਾਹਜ਼ਾਦਾ ਮੁਅੱਜ਼ਮ ਨੇ ਭਰਾਵਾਂ 'ਤੇ ਜਿੱਤ ਪ੍ਰਾਪਤ ਕਰਨ ਲਈ ਆਪਣੇ ਮੁਨਸ਼ੀ ਨੰਦ ਲਾਲ, ਜੋ ਕਿ ਭਾਈ ਨੰਦ ਲਾਲ ਜੀ ਦੇ ਨਾਮ ਨਾਲ ਕਰਕੇ ਗੁਰੂ ਘਰ ਵਿੱਚ ਜਾਣਿਆ ਜਾਂਦਾ ਹੈ, ਨੂੰ ਭੇਜ ਕੇ ਗੁਰੂ ਜੀ ਤੋਂ ਮਦਦ ਮੰਗੀ। ਮਿਹਰਬਾਨ ਹੋ ਕੇ ਗੁਰੂ ਜੀ ਨੇ ਧਰਮ ਸਿੰਘ ਜੀ ਦੀ ਜਥੇਦਾਰੀ ਵਿੱਚ ਸਿੰਘਾਂ ਨੂੰ ਭੇਜ ਕੇ ਇਸ ਦੇ ਵੈਰੀ ਨੂੰ ਮਾਰ ਕੇ ਸ਼ਾਹਜ਼ਾਦਾ ਮੁਅੱਜ਼ਮ ਨੂੰ ਰਾਜ ਦਿਵਾ ਦਿੱਤਾ। ਇਸ ਸ਼ਾਹਜ਼ਾਦਾ ਮੁਅੱਜ਼ਮ ਨੇ ਬਹਾਦਰ ਸ਼ਾਹ ਲਕਬ ਨਾਲ ਰਾਜ ਕੀਤਾ। ਗੁਰੂ ਜੀ ਨੇ ਇਸ ਬਹਾਦਰ ਸ਼ਾਹ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕਿਹਾ। ਇਸ ਨੇ ਟਾਲ ਮਟੋਲ ਕੀਤਾ ਤਾਂ ਗੁਰੂ ਜੀ ਨੇ ਗੋਦਾਵਰੀ ਕੰਢੇ ਤੋਂ ਲਛਮਣ ਦੇਵ ਬੈਰਾਗੀ ਨੂੰ ਸਿੰਘ ਸਜਾ ਕੇ, ਜੋ ਕਿ ਬੰਦਾ ਸਿੰਘ ਦੇ ਨਾਮ ਨਾਲ ਮਸ਼ਹੂਰ ਹੋਇਆ, ਬੰਦਾ ਸਿੰਘ ਨੂੰ ਭੇਜ ਕੇ ਸਤਿਗੁਰੂ ਜੀ ਨੇ ਤਲਵੰਡੀ ਸਾਬੋ ਤੋਂ ਨਾਲ ਲਿਆਂਦੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਕੱਤਕ ਸੁਦੀ ਦੂਜ ਨੂੰ ਦੇ ਕੇ ਕਿਹਾ, ਅੱਗੇ ਤੋਂ ਦੇਹਧਾਰੀ ਗੁਰੂ ਨਹੀਂ ਹੋਵੇਗਾ। ਸਿੱਖ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਗੇ, ਕਿਉਂਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਇੰਜ ਉਪਦੇਸ਼ ਦੇ ਕੇ ਆਪਣਾ 5 ਭੂਤਕ ਸਰੀਰ
ਕੱਤਕ ਸੁਦੀ ਪੰਚਮੀ ਨੂੰ ਤਿਆਗ ਕੇ ਸੂਰਜ ਕਿਰਨ ਮਿਲੇ। ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ। ਸੰਪੂਰਨ ਥੀਆ ਰਾਮ, ਦੇ ਮਹਾਵਾਕ ਅਨੁਸਾਰ ਸੱਚਖੰਡ ਵਿੱਚ ਜਾ ਬਰਾਜੇ। ਇੱਧਰ ਬੰਦਾ ਸਿੰਘ ਨੇ ਪੰਜਾਬ ਪਹੁੰਚ ਕੇ ਜ਼ਾਲਮਾਂ ਨੂੰ ਸੋਧਿਆ। ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ, ਸੁੱਚਾ ਨੰਦ ਅਤੇ ਫਤਵਾ ਦੇਣ ਵਾਲਾ ਕਾਜੀ ਆਦਿ ਸਭ ਨੂੰ ਭਿਆਨਕ ਸਜ਼ਾਵਾਂ ਦੇ ਕੇ ਮੌਤ ਦੇ ਘਾਟ ਉਤਾਰਦਿਆਂ ਸਿੱਖ ਰਾਜ ਕਾਇਮ ਕੀਤਾ। ਬੰਦਾ ਸਿੰਘ ਵੱਲੋਂ ਜ਼ਾਲਮ ਨਾਲ ਟੱਕਰ ਭਾਵ ਸੱਚ ਤੇ ਝੂਠ ਦੇ ਵਿਵਾਦ ਨਾਲ ਟੱਕਰ ਲੈਣ ਨਾਲ ਸੱਚ ਦਾ ਹੋਇਆ ਬੋਲਬਾਲਾ ਅਤੇ ਅਜਿਹਾ ਕਰਨ ਨਾਲ ਝੂਠ ਦਾ ਹੋਇਆ ਨਾਸ਼। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦੇ ਪੁੱਤਰ ਸਜਾਦੇ ਨੂੰ ਭੇਜਿਆ ਸੀ ਟਕਾ ਦੇ ਕੇ ਸੱਚ ਤੇ ਝੂਠ ਖਰੀਦਣ। ਉਹ ਖਰੀਦ ਕੇ ਲਿਖਵਾ ਕੇ ਲਿਆਇਆ, ਮਰਨਾ ਹੈ ਸੱਚ ਅਤੇ ਜੀਣਾ ਹੈ ਝੂਠ। ਸਜਾਦੇ ਵੱਲੋਂ ਲਿਆਂਦੀ ਲਿਖਤ ਅਨੁਸਾਰ ਸਦਾ ਕਾਇਮ ਹੈ ਸੱਚ। ਇਸੇ ਲਿਖਤ ਅਨੁਸਾਰ ਝੂਠ ਦਾ ਹੁੰਦਾ ਹੈ ਸਦਾ ਨਾਸ਼। ਸੱਚ ਤੇ ਝੂਠ ਦਾ ਵਿਵਾਦ ਧਾਰਮਿਕ ਨਾਵਲ ਸਮਾਪਤ ਹੋਇਆ, ਪਰ ਸੱਚ ਤੇ ਝੂਠ ਦਾ ਵਿਵਾਦ ਸਮਾਪਤ ਨਹੀਂ ਹੋਇਆ, ਕਿਉਂਕਿ ਸੱਚ ਤੇ ਝੂਠ ਦਾ ਵਿਵਾਦ ਭੂਤ ਕਾਲ ਵਿੱਚ ਵੀ ਸੀ, ਵਰਤਮਾਨ ਕਾਲ ਵਿੱਚ ਵੀ ਹੈ ਅਤੇ ਭਵਿੱਖਤ ਕਾਲ ਵਿੱਚ ਵੀ ਰਹੇਗਾ, ਕਿਉਂਕਿ ਧਰਤੀ ਹੈ ਅਖਾੜਾ, ਆਕਾਸ਼ ਇਸ ਉੱਪਰ ਹੈ ਚੰਦੋਆ ਤਣਿਆ ਹੋਇਆ, ਸੂਰਜ ਚੰਦਰਮਾ ਕਰਦੇ ਨੇ ਪ੍ਰਕਾਸ਼ ਇਸ ਵਿੱਚ। ਸੱਚ ਤੇ ਝੂਠ ਨਾਮ ਦੇ ਦੋ ਮੱਲ ਪਹਿਲਵਾਨ ਘੁਲਦੇ ਹੈ। ਸੰਸਾਰੀ ਲੋਕ ਇਸ ਛਿੰਝ ਰੂਪੀ ਘੋਲ ਨੂੰ ਦੇਖ ਰਹੇ ਹਨ। ਦਿਨ ਤੇ ਰਾਤ, ਮਹੀਨੇ, ਸਾਲ, ਸਦੀਆਂ ਇਸ ਘੋਲ ਦਾ ਸਮਾਂ ਦਰਸਾ ਰਹੇ ਹਨ। ਉਦੋਂ ਤੱਕ ਚੱਲਦਾ ਰਹੇਗਾ ਇਹ ਘੋਲ ਜਦੋਂ ਤੱਕ ਰਹੇਗੀ ਧਰਤੀ ਅਤੇ ਆਕਾਸ਼। ਜਦੋਂ ਤੱਕ ਰਹੇਗਾ ਧਰਤੀ ਅਤੇ ਆਕਾਸ਼। ਸੱਚ ਤੇ ਝੂਠ ਦਾ ਨਾਵਲ ਸੰਗ੍ਰਹਿ ਕਰਤਾ ਬਲਵੀਰ ਸਿੰਘ ਸ਼ੌਂਕੀ 21 ਦਸੰਬਰ 2015 ਨੂੰ ਪੂਰਾ ਕੀਤਾ ਸੀ, ਪੂਰਾ ਹੋਇਆ ਸੀ ਇਹ ਲੇਖ। ਪੜ੍ਹ ਕੇ ਆਖਰੀ ਕਿਸ਼ਤ ਬਲਵੀਰ ਸਿੰਘ ਸ਼ੌਂਕੀ ਨੇ ਸੁਣਾਈ 13 ਜਨਵਰੀ 2022 ਨੂੰ। ਦੋਹੇਰਾ ਵੇਤਾ ਵਕਤਾ ਅਤੇ ਸਰੋਤਾ। ਵੇਤਾ ਵਕਤਾ ਅਤੇ ਸਰੋਤਾ ਬਲਵੀਰ ਹੈ ਤੁਮਰਾ ਦਾਸ। ਸ਼ੌਂਕੀ ਲੇਖਨ ਗਲਤੀਆਂ ਸੋਧ ਕੇ ਕਰ ਲਿਓ ਰਾਸ। ਵੇਤਾ ਵਕਤਾ ਅਤੇ ਸਰੋਤਾ ਬਲਵੀਰ ਹੈ ਤੁਮਰਾ ਦਾਸ। ਸ਼ੌਂਕੀ ਲੇਖਨ ਗਲਤੀਆਂ ਸੋਧ ਕੇ ਕਰ ਲਿਓ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।